प्रोग्राम दे विच तुहाडा स्वागत है। असीं पिछले सैगमेंट दे विच गल कर रहे सी कि किहड़ियां मुश्किलां ELD दा कारण ट्रकिंग इंडस्ट्री नूं आ रहीआं ने, लॉ मेकर की कर रहे ने, साडीआं संस्थावां की कर रहीआं ने और सानूं की करना चाहिदा है, किहड़ियां कारगुजारियां हुण तक होईआं ने। आई एम कमिंग टू यू खालसा जी। ਜਿਹੜੀ ਗੱਲ ਅਸੀਂ ਜਿੱਥੋਂ ਪਿਛਲੇ ਪ੍ਰੋਗਰਾਮ ਦੇ ਵਿੱਚ ਖਤਮ ਕੀਤੀ ਸੀ ਕਿ ਸਾਡੇ ਜੇ ਟਰੱਕਰ ਭਰਾਵਾਂ ਨੂੰ ਅਜੇ ਇਹ ELD ਲਾਗੂ ਹੋਈ ਆ ਨਾ, ਜਿਹੜੇ ਏਜੰਟ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਹਦੇ ਉੱਤੇ ਕਿਸ ਤਰ੍ਹਾਂ ਦਾ ਐਕਸ਼ਨ ਲੈਣਾ, ਦੇ ਆਰ ਨਾਟ ਫੁੱਲੀ ਪ੍ਰੀਪੇਅਰਡ ਯੈਟ, ਔਰ ਨਾ ਸਾਡੇ ਟਰੱਕਰ ਭਰਾਵਾਂ ਨੂੰ ਇਹਦੇ ਬਾਰੇ ਕੋਈ ਜ਼ਿਆਦਾ ਇਲਮ ਆ, ਗਿਆਨ ਹੈ ਕਿ ਉਹ ਜਿਵੇਂ ਲਿੰਡਾ ਚੇਜ਼ਮ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀਗਾ ਕਿ ਉਹ ਗਿਲਟੀ ਨਾ ਆਪਣੇ ਆਪ ਨੂੰ ਉਹਨਾਂ ਦੇ ਸਾਹਮਣੇ ਮੰਨਣ ਜਾਂ ਕਈ ਚੀਜ਼ਾਂ ਦਾ ਖਿਆਲ ਰੱਖਣ ਖਾਸ ਕਰਕੇ। ਸੋ ਤੁਹਾਡਾ ਕੀ ਕਹਿਣਾ ਹੈ ਕਿ ਜਦੋਂ ਇਹੋ ਜਿਹੇ ਕੇਸ ਕੋਈ ਹੋਣਗੇ, ਅਜੇ ਇਹਨੂੰ ਕੁਝ ਸਮਾਂ ਲੱਗਣਾ ਹੈ ਜਿਸ ਤਰੀਕੇ ਨਾਲ ਇੱਥੋਂ ਦਾ ਕਾਨੂੰਨ ਚੱਲ ਰਿਹਾ ਧੀਮੀ ਗਤੀ ਨਾਲ। ਸੋ ਵਾਟ ਯੂ ਸੁਜੈਸਟ ਟੂ ਆਵਰ ਟਰੱਕਰਸ? ਦੇਖੋ, ਇੱਕ ਤਾਂ ਜਿਸ ਤਰ੍ਹਾਂ ਅੱਗੇ ਪਿਛਲੇ ਜਦੋਂ ਦੱਸਿਆ ਲਿੰਡਾ ਚੇਜ਼ਮ ਨੇ ਕਿ ਕਦੀ ਵੀ ਇਹ ਨਾ ਕਹੋ ਕਿ ਵੀ ਆਮ ਗਿਲਟੀ, ਫਿਰ ਇਹ ਕਿ ਪ੍ਰੋਪਰ ਤਰੀਕੇ ਨਾਲ ਤੁਸੀਂ ਜਿਹੜੀ ਇਹ ਉਹਦੀ ਲੀਗਲ ਹੈਲਪ ਲਵੋ। ਦੂਸਰਾ ਜਿਹੜਾ ਸਭ ਤੋਂ ਵੱਡੀ ਜਿਹੜੀ ਇੰਪੋਰਟੈਂਟ ਗੱਲ ਪਿਛਲੇ ਸੈਗਮੈਂਟ 'ਚ ਵੀ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਸ ਤਰ੍ਹਾਂ ਇਹ ਜਿਹੜਾ ਕਾਨੂੰਨ ਹੈ ਇਹ ਸਾਡੀ ਸਹੂਲੀਅਤ ਵਾਸਤੇ ਸਾਰਿਆਂ ਵਾਸਤੇ ਰੱਖਿਆ, ਲੇਕਿਨ ਉਹਦੇ ਨਾਲ ਜਿਹੜੀ ਇੰਡਸਟਰੀ ਜਿਹੜੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਹੈ ਉਹ ਪੁੱਛ ਰਹੀ ਹੈ ਵੀ ਤੁਹਾਨੂੰ ਕੀ ਦਿੱਕਤਾਂ ਆ ਰਹੀਆਂ ਨੇ। ਸਾਨੂੰ ਨੰਬਰ 1 ਤਾਂ ਜਿੰਨਾ ਵੀ ਉਹ ਦਿੱਕਤ ਆ ਰਹੀ ਹੈ ਉਹ ਸਾਨੂੰ ਉਹਨਾਂ ਨੂੰ ਦੱਸਣਾ ਪੈਣਾ ਹੈ, ਔਰ ਅਸੀਂ ਜਿੱਥੇ ਪਿੱਛੇ ਦੱਸ ਰਹੇ ਹਾਂ, ਪਿੱਛੇ ਕਮ ਸੇ ਕਮ ਵੀ 20 ਬੰਦਿਆਂ ਦੀ ਅਸੀਂ ਟੈਸਟੀਮਨੀ ਕਰਾਈਏ, ਹੁਣ ਅੱਗੇ ਹੋਰ ਕਰਾਉਣਾ ਚਾਹੁੰਦੇ ਹਾਂ। ਉਹਦੇ ਵਾਸਤੇ ਕੋਲੀਸ਼ਨ ਹੋਏ ਔਰ ਕੋਲੀਸ਼ਨ ਇਕੱਠੀ ਰਲ ਕੇ, ਤਾਂ ਕਿ ਐਵੇਂ ਦਾ ਕੋਈ ਵੀ ਕੇਸ ਨੇ ਜਾਂ ਐਵੇਂ ਦੀ ਕੋਈ ਵੀ ਦਿੱਕਤ ਹੈ, ਸਾਰੀਆਂ ਜਿਹੜੀਆਂ ਦਿੱਕਤਾਂ ਪਾਈਲ ਅਪ ਹੋ ਰਹੀਆਂ ਨੇ ਉਹਨਾਂ ਕੋਲ ਪਹੁੰਚਾਈਆਂ ਜਾਣ। ਜਿੰਨਾ ਅਸੀਂ ਪ੍ਰੈਸ਼ਰ ਮੇਨਟੇਨ ਕਰਾਂਗੇ ਉਸੇ ਹਿਸਾਬ ਨਾਲ ਹੀ ਉਹ ਇਹਦੇ 'ਚ ਗਾਈਡਲਾਈਨਸ ਹੋਰ ਦੇਣਗੇ, ਔਰ ਗਾਈਡਲਾਈਨਸ ਈਜ਼ੀ ਨੇ ਕਿਉਂਕਿ ਉਹ ਏਜੰਸੀ ਨੇ ਕਰ ਦੇਣੀਆਂ ਨੇ, ਉਹ 'ਚ ਕਾਂਗਰਸ ਨੇ ਕੁਛ ਨਹੀਂ ਮਤਲਬ ਕਰਨ ਦੀ ਲੋੜ ਹੈਗੀ। ਔਰ ਜਿਹੜਾ ਨਵਾਂ ਬਿੱਲ ਆ ਰਿਹਾ ਉਹ ਅਸੀਂ ਚਾਹੁੰਦੇ ਹਾਂ ਕਿ ਜਿਹੜਾ 10 ਜਾਂ ਉਹ ਤੋਂ ਘੱਟ ਜਿਹੜੇ ਆਪਣੇ ਟਰੱਕਰ ਨੇ, ਜਿਹਦਾ ਕੋਈ ਟਰੱਕਸ ਨੇ, ਉਹਨਾਂ ਨੂੰ ਐਗਜ਼ੈਂਪਟ ਕੀਤਾ ਜਾਏ। ਜੇ ਅਸੀਂ ਉਹਦੇ ਵਾਸਤੇ ਹੀ ਪ੍ਰੈਸ਼ਰ ਨਾ ਬਣਾਇਆ ਤੇ ਉਹ ਹੋ ਸਕਦਾ, ਪਰ ਜੇ ਨਾ ਬਣਾਇਆ ਤੇ ਉਹ ਨਹੀਂ ਹੋਏਗਾ। ਪਰ ਸਾਡੀ ਸਮੱਸਿਆ ਤੇ ਇਹੀ ਹੈ ਨਾ ਕਿ ਅਸੀਂ ਯੂਨਾਈਟ ਨਹੀਂ ਹੁੰਦੇ। ਜੇ ਇਹੀ ਪੰਜਾਬੀ ਕਮਿਊਨਿਟੀ, ਪੰਜਾਬੀ ਟਰੱਕਰਸ ਇਕੱਠੇ ਹੋ ਜਾਣ ਤੇ ਇਹ ਸਮੱਸਿਆ ਸ਼ਾਇਦ ਅੱਜ ਇਸ ਤਰ੍ਹਾਂ ਨਾ ਹੁੰਦੀ। ਕੋਈ ਲੋਕ ਤੁਹਾਡੇ ਆਈਡੀਓਲੋਜੀ ਨਾਲ ਸਹਿਮਤ ਨਹੀਂ, ਕੋਈ ਮੇਰੀ ਆਈਡੀਓਲੋਜੀ ਨਾਲ ਸਹਿਮਤ ਨਹੀਂ। ਕਈ ਤੁਸੀਂ ਕੀ ਸਮਝਦੇ ਹੋ ਕਿ ਜਿਹੜੀਆਂ ਆਰਗੇਨਾਈਜੇਸ਼ਨਸ ਬਣੀਆਂ ਨੇ ਉਹ ਆਪਣੀ ਥਾਂ ਤੇ ਰਹਿਣ, ਪਰ ਕਿਸੇ ਇੱਕ ਕੋਲੀਸ਼ਨ ਦੇ ਥੱਲੇ ਆ ਕੇ ਇਸ ਗੱਲ ਨੂੰ ਅੱਗੇ ਤੋਰਿਆ ਜਾਵੇ। ਇਫ ਆਈ ਐਮ ਨਾਟ ਰੋਂਗ, ਰਾਈਟ? ਐਗਜ਼ੈਕਟਲੀ ਜਿਵੇਂ ਅਸੀਂ ਦੱਸਿਆ ਹੁਣ ਅੱਗੇ ਦੇਖੋ, ਅਸੀਂ ਪਿੱਛੇ ਵੀ ਦੱਸਿਆ ਸੀਗਾ ਕਿ ਸਿਕਸ ਪੈਕ ਨੇ ਤੇ ਨੈਫਟਾ ਨੇ ਰਲ ਕੇ ਵੀ ਕਮ ਸੇ ਕਮ ਵੀ 45 ਜਿਹੜੀਆਂ ਨੇ 40 ਤੋਂ ਉੱਤੇ ਜਿਹੜੀਆਂ ਕੰਪਨੀਆਂ ਐਗਜ਼ੈਕਟ ਜਿਹੜੀਆਂ ਆਰਗੇਨਾਈਜੇਸ਼ਨ ਨੇ ਜਾਂ ਐਸੋਸੀਏਸ਼ਨ ਨੇ ਉਹਨਾਂ ਦੇ ਬਿਹਾਫ ਦੇ ਅਸੀਂ ਪਟੀਸ਼ਨ ਫਾਈਲ ਕੀਤੀ ਹੋਈ ਲੀਗਲ। ਉਸੇ ਕਰਕੇ ਹੀ ਸਾਨੂੰ ਉਹ ਅਪਰੋਚ ਕਰ ਰਹੇ ਨੇ ਵੀ ਦੱਸੋ ਵੀ ਤੁਹਾਡੀ ਕੀ ਦਿੱਕਤ ਨੇ, ਔਰ ਉਹਨਾਂ ਦੇ ਉੱਤੇ ਹਜੇ ਤੱਕ ਉਹਦੇ ਉੱਤੇ ਕਾਰਵਾਈ ਚੱਲਦੀ ਪਈ ਹੈ। ਉਹ ਤਾਂ ਅਸੀਂ ਚਾਹੁੰਦੇ ਕਿ ਇਹ ਤੋਂ ਜ਼ਿਆਦਾ ਜੇ ਇਕੱਠੇ ਹੋ ਕੇ ਕਰਾਂਗੇ, ਪ੍ਰੈਸ਼ਰ ਬਣਾਵਾਂਗੇ ਤਾਂ ਰਹੇਗਾ। ਔਰ ਉਹ ਮੈਂ ਇੱਥੇ ਮੈਂ ਇਹ ਨਹੀਂ ਇੱਥੇ ਥੋੜਾ ਜਿਹਾ ਮੈਂ ਚਾਹੁੰਦਾ ਕਿ ਦੇਖੋ ਇਕੱਠੇ ਹੋ ਰਹੇ ਨੇ। ਜੇ ਸਾਡੇ ਕੋਲ 45 ਆਰਗੇਨਾਈਜੇਸ਼ਨ ਇਕੱਠੀਆਂ ਹੋ ਕੇ ਸਾਡੇ ਕੋਲ ਨਾ ਆਉਂਦੀਆਂ ਵੀ ਸਾਡੇ ਬਿਹਾਫ ਤੇ ਤੁਸੀਂ ਕਰੋ, ਤੇ ਅਸੀਂ ਕਿੱਥੋਂ ਕਰਨਾ ਸੀਗਾ? ਕਹਿਣਾ ਸੀ ਯਾਰ ਕੋਈ ਬੰਦਾ ਤੇ ਆਇਆ ਨਹੀਂ ਹੈਗਾ ਵੀ ਅਸੀਂ ਕਿਉਂ ਕਰੀਏ। ਦੂਸਰਾ ਇਹ ਬੜਾ ਥੈਂਕ ਯੂ ਹੈ ਕਿ ਪੂਰੀ ਚਾਹੇ ਕੁਛ ਵੀ ਹੈ, ਅੱਜ ਪੂਰੇ ਅਮਰੀਕਾ ਦੇ ਵਿੱਚ ਜਿੰਨੇ ਵੀ ਟਰੱਕਰਸ ਨੇ, ਕੋਈ 3 ਮਿਲੀਅਨ ਦੇ ਟਰੱਕਰਸ ਨੇ, ਲੇਕਿਨ ਉਹਨਾਂ ਨੂੰ ਇਹ ਦੱਸਿਆ ਕਿ ਯਾਰ ਸਭ ਤੋਂ ਜ਼ਿਆਦਾ ਜਿਹੜਾ ਇਕੱਠ ਹੈ ਉਹ ਵੀ ਪੰਜਾਬੀਆਂ 'ਚ ਹੀ ਹੈ। ਪੰਜਾਬੀਆਂ ਨੇ ਜਿੰਨਾ ਇਕੱਠ ਦਿਖਾਇਆ, ਹੁਣ ਸਿਰਫ ਮਕਸਦ ਕੀ ਹੈ ਕਿ ਪੰਜਾਬੀ ਇਕੱਠੇ ਹੋ ਜਾਂਦੇ ਨੇ। ਸਾਡੇ ਕੋਲ ਕੋਲੀਸ਼ਨ ਚਾਹੀਦੀ ਹੈ ਜਿਹੜੀ ਉਹ ਮੋਮੈਂਟਮ ਨੂੰ ਬਰਕਰਾਰ ਰੱਖੇ, ਕਿਉਂਕਿ ਇਕੱਲਾ ਟਰੱਕਰ ਤਾਂ ਵਿਚਾਰਾ ਕੁਛ ਨਹੀਂ ਕਰ ਸਕਦਾ। ਮੈਂ ਤੁਹਾਨੂੰ ਇਹ ਗੱਲ ਦੱਸਣਾ ਕਿ ਜਿੰਨੇ ਵੀ ਮੇਰੇ ਟਰੱਕ ਵੀਰ ਨੇ ਉਹ ਹਮੇਸ਼ਾ ਕਹਿੰਦੇ ਨੇ ਭਾਜੀ ਸਾਨੂੰ ਦੱਸੋ ਅਸੀਂ ਕੀ ਕਰੀਏ। ਹੁਣ ਇਕੱਲੇ ਬੰਦੇ ਕੋਲ ਉਹਦੇ ਵਿਚਾਰੇ ਨੂੰ ਇਕੱਲੇ ਨੂੰ ਨਹੀਂ ਕੁਛ ਸੋਚਦਾ, ਇਹ ਸਾਰਾ ਇਕੱਠੇ ਹੋ ਕੇ ਹੀ ਹੋਣਾ। ਮਤਲਬ ਉਹਨਾਂ ਦੀ ਸਪੋਰਟ ਬਹੁਤ ਹੈ, ਲੇਕਿਨ ਸਾਨੂੰ ਉਹਨਾਂ ਨੂੰ ਡਾਇਰੈਕਸ਼ਨ ਦੇਣ ਵਾਲੀ ਕੋਈ ਐਸੀ ਕੋਲੀਸ਼ਨ ਨਹੀਂ ਦਿਸ ਰਹੀ। Linda, as he's saying, coalition to truckers and different, if any kind of associations about Punjabi truckers or other kind of associations. What do you suggest to our viewers? Well, I think that Gurinder makes a good point. We know there's strength in numbers, and for the different trucking associations who represent drivers who have different loads and go different roads, they all need to come together on this issue. And the American Trucking Association
really doesn't represent the interest of people who are small truckers, owner-operators, people with special loads like agricultural loads. So these organizations of truck drivers representing them, we've encouraged them to join with, and we formed a coalition. It's a California coalition. It's called Transportation of Products and Perishables Coalition, Inc. It is a coalition of organizations. We don't want to replace the drivers' organizations, but we want to their strength through numbers. Come together and strengthen the ropes, if you will, in dealing with both the statutes that are pending, because these bills, if they don't get out, they'll be dead, and you're going to have to start all over again. Very good. As she made this very valid point, ਕਿਉਂਕਿ ਕਈ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਾਨੂੰ ਇਹ ਲੱਗਦੀਆਂ ਨੇ ਕਿ ਲਾਅ ਮੇਕਰਸ ਦੇ ਲੈਵਲ ਤੇ ਨੇ, ਕੁਝ ਹੈਗੀਆਂ ਨੇ ਜਿਹੜੀਆਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਕਿਤੇ ਤਾਂ ਤੁਹਾਨੂੰ ਲਾਅ ਮੇਕਰਸ ਨਾਲ ਸੈਨੇਟਰਸ ਤੇ ਸਟੇਟ ਦੇ ਜਿਹੜੇ ਹੈਗੇ ਨੇ ਕਾਂਗਰਸਮੈਨ ਨੇ ਉਹਨਾਂ ਨੂੰ ਮਿਲਣਾ ਪੈਣਾ। ਜਿਸ ਤਰੀਕੇ ਨਾਲ ਤੁਸੀਂ ਆਪਣੀ ਪਟੀਸ਼ਨ ਫਾਈਲ ਕੀਤੀ ਆ ਹਰਸ਼ ਸੇਠੀ ਹੋਰਾਂ ਨੇ, ਤੇ ਤੁਸੀਂ ਉਸ ਪਟੀਸ਼ਨ ਦੇ ਬੇਸ ਤੇ ਉਹਨੂੰ ਵੀ ਪਰਸਿਊ ਕਰਨਾ ਪੈਣਾ। ਐਨ ਪੋਸੀਬਲ ਹੈ ਕਿ ਜਿਵੇਂ ਤੁਸੀਂ ਲੀਗਲ ਹੈਲਪ ਜਾਂ ਇਹਨਾਂ ਤੋਂ ਅਪਡੇਟਸ ਲੈਂਦੇ ਹੋ, ਇਹਦੇ ਬਾਰੇ ਤੁਹਾਨੂੰ ਕੋਈ ਹੋਰ ਵੱਡੇ ਪੱਧਰ ਤੇ ਕੋਈ ਅਟਾਰਨੀ ਕਰਕੇ ਕੇਸ ਲੜਨਾ ਪੈ ਸਕਦਾ। ਸੋ ਇਹਦੇ ਲਈ ਜੋ ਮੈਂ ਸਮਝ ਰਿਹਾ ਹਾਂ ਕਿ ਸਾਨੂੰ ਇੱਕ ਆਪਣੀ ਕੋਲੀਸ਼ਨ ਬਣਾਉਣੀ ਚਾਹੀਦੀ ਆ। ਇਹ ਤਾਂ ਬੜਾ ਜੈਨੂਨ ਤੇ ਵੈਲਿਡ ਪੁਆਇੰਟ ਲੱਗਦਾ ਹੈ। ਪਰ ਦੂਜੇ ਪਾਸੇ ਜਦੋਂ ਕਿ ਅਜੇ ਤੱਕ ਇਨਫਰਾਸਟ੍ਰਕਚਰ ਤਿਆਰ ਨਹੀਂ ਹੋਇਆ, ਅਸੀਂ ਉਹਨਾਂ ਨੂੰ ਅਮੈਂਡਮੈਂਟ ਲਈ ਤਾਂ ਕਹਿ ਰਹੇ ਹਾਂ, ਪਰ ਕੀ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਨਫਰਾਸਟ੍ਰਕਚਰ ਤਾਂ ਬਣਾਓ ਤੁਸੀਂ, ਜਿਹੜਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਨਾਲ ਹੋਰ ਸੰਬੰਧਿਤ ਅਦਾਰੇ ਜਾਂ ਡਿਪਾਰਟਮੈਂਟ ਹੈਗੇ ਨੇ, ਕੀ ਤੁਸੀਂ ਉਹਨਾਂ ਨੂੰ ਅਪਰੋਚ ਕਰ ਰਹੇ ਹੋ ਜਾਂ ਫਿਊਚਰ ਦੇ ਵਿੱਚ ਕਰੋਗੇ? ਕਿ ਇਨਫਰਾਸਟ੍ਰਕਚਰ ਹੈ ਨਹੀਂ ਤੁਹਾਡੇ ਕੋਲ, ਟਰੱਕ ਕਿੱਥੇ ਖੜੇ ਕਰਨ ਲੋਕ, ਕੀ ਇਹਦੇ ਬਾਰੇ ਤੁਹਾਡਾ ਪੁਆਇੰਟ? ਉਹ ਤਾਂ ਕਹਿ ਰਹੇ ਨੇ ਜਿੰਨਾ ਚਿਰ ਤੱਕ ਅਸੀਂ ਉਹਨਾਂ ਨੂੰ ਫੈਕਟਸ ਤੇ ਡਾਟਾ ਤੇ ਪਾਰਟੀਕੂਲਰ ਕੱਲੇ ਬੰਦੇ ਦੀ ਸਟੋਰੀ ਨਹੀਂ ਦੱਸਾਂਗੇ ਵੀ ਉਹਨੂੰ ਆ ਦਿੱਕਤ ਆ ਰਹੀ ਹੈ, ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ। ਉਹ ਚਾਹੁੰਦੇ ਨੇ ਕਿ ਉਹ ਇਸੇ ਕਰਕੇ ਉਹ ਕਹਿੰਦੇ ਨੇ ਕਮੈਂਟ ਕਰੋ, ਸਾਨੂੰ ਰਿਟਨ 'ਚ ਦੱਸੋ ਵੀ ਸਰਦਾਰ ਜੱਸਾ ਸਿੰਘ ਇਹਨੂੰ ਆ ਪ੍ਰੋਬਲਮ ਆਈ ਹੈ, ਸਰਦਾਰ ਫੌਜਾ ਸਿੰਘ ਨੂੰ ਆ ਪ੍ਰੋਬਲਮ ਆਈ ਹੈ। ਉੱਥੇ ਫੈਕਟਸ ਦੀ ਗੱਲ ਕਰਦੇ ਨੇ, ਉੱਥੇ ਉਹ ਡਾਟਾ ਦੀ ਗੱਲ ਕਰ ਰਹੇ ਨੇ। ਜੇ ਅਸੀਂ ਆਪਣਾ ਡਾਟਾ ਤੇ ਫੈਕਟਸ ਕਲੈਕਟਿਵ ਤੌਰ ਦੇ ਉੱਤੇ ਭੱਜ-ਨੱਸ ਕਰਕੇ ਉਹਨਾਂ ਕੋਲ ਵੱਧ ਛੇਤੀ ਤੋਂ ਛੇਤੀ ਜ਼ਿਆਦਾ ਤੋਂ ਜ਼ਿਆਦਾ ਪੇਸ਼ ਕਰਾਂਗੇ ਔਰ ਨਾ ਹੀ ਉਹ ਐਕਟ ਫਾਸਟ ਕਰਨਗੇ। ਔਰ ਦੂਸਰੀ ਜਿਹੜੀ ਮੈਂ ਇੱਕ ਹੋਰ ਵੀ ਗੱਲ ਕਹਿਣਾ ਚਾਹੁੰਦਾ ਵਾਂ ਕਿ ਦੇਰ ਇਜ਼ ਨੈਵਰ ਟੂ ਲੇਟ। ਸਾਡੇ ਕੋਲ ਜਿਹੜਾ ਇਹਦਾ ਮੈਕੈਨਿਜ਼ਮ ਹੈ ਉਹ ਤਾਂ ਹੀ ਹੋ ਸਕਦਾ ਹੈ ਜੇ ਕੱਲਾ ਡਰਾਈਵਰ ਆਪਣੇ ਨੂੰ ਫੀਲ ਕਰੇ ਕਿ ਯੈਸ ਮੇਰੀ ਕੱਲੀ ਆਵਾਜ਼ ਸੁਣੀ ਜਾ ਰਹੀ ਹੈ। ਜਿਵੇਂ ਤੁਹਾਨੂੰ ਹੋ ਗਿਆ ਦੱਸਿਆ ਕਿ ਅਸੀਂ ਜੇ 18-20 ਟੈਸਟੀਮਨੀ ਕਰਾ ਕੇ ਉਹਨਾਂ ਨੇ ਉਹਨੂੰ ਸਾਨੂੰ ਸੁਣਿਆ ਔਰ ਉਹਦੇ ਉੱਤੇ ਉਹਨਾਂ ਨੇ ਇਹ ਐਕਟ ਕੀਤਾ ਕਿ ਤੁਹਾਨੂੰ ਐਡੀਸ਼ਨਲ ਟਾਈਮ ਦੇ ਰਹੇ ਨੇ ਕਿ ਤੁਸੀਂ ਇੱਕ ਸੇਫ ਜਗ੍ਹਾ ਤੇ ਜਾ ਕੇ ਪਾਰਕ ਕਰ ਲਓ, ਉਹਦੇ ਵਾਸਤੇ ਤੁਹਾਨੂੰ ਵਾਇਲੇਸ਼ਨ ਨਹੀਂ ਹੋਏਗੀ। ਉਹ ਤਾਂ ਹੀ ਹੋਇਆ ਕਿਉਂਕਿ ਡਾਟਾ ਪਹੁੰਚਿਆ ਉਹਨਾਂ ਕੋਲ ਇੰਨਾ ਇਨਫਰਾਸਟ੍ਰਕਚਰ ਨਹੀਂ ਹੈਗਾ। ਪਰ ਜੇ ਅਸੀਂ ਦੱਸਾਂਗੇ ਨਹੀਂ ਵੀ ਤੁਸੀਂ ਸਾਡੀ ਕਾਰਗੁਜ਼ਾਰੀ ਨਹੀਂ ਹੋ ਰਹੀ, ਉਹਨਾਂ ਨੂੰ ਕਿਵੇਂ ਪਤਾ ਲੱਗੇਗਾ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਮੈਂ ਇਹ ਦੇਖਿਆ ਸੀਗਾ ਜਦੋਂ ਲਾਈਵ ਸਟਾਕ ਦੇ ਬਾਰੇ ਹੀਅਰਿੰਗ ਹੋਈ ਕੈਪੀਟਲ ਤੇ, livestock hearing. I was there and I covered that. I interviewed the chairman of the committee on the Capitol. So I think we should continue this conversation. ਪਰ ਹੁਣ ਕਿਉਂਕਿ ਇੱਕ ਵੇਲਾ ਹੋ ਗਿਆ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਇਸ ਸੈਗਮੈਂਟ ਦੇ ਵਿੱਚ ਕੁਝ ਹੋਰ ਗੱਲਾਂ ਨੂੰ ਸ਼ੋਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਦਾ ਹੱਲ ਲੱਭ ਸਕੀਏ, ਯੂਨਾਈਟ ਹੋ ਕੇ। ELD ਭਾਵੇਂ ਲੱਗ ਚੁੱਕੀ ਆ, ਪਰ ਇਹਦੇ ਨਾਲ ਆਉਣ ਵਾਲੀਆਂ ਮੁਸ਼ਕਲਾਂ ਨੂੰ ਕਿਵੇਂ ਅਸੀਂ ਹੱਲ ਕਰਨਾ ਆ, ਇਹਨਾਂ ਦੇ ਹੱਲ ਤਲਾਸ਼ਣ ਲਈ ਕੋਈ ਨਾ ਕੋਈ ਅਸੀਂ ਕੋਸ਼ਿਸ਼ਾਂ ਆਪਣੀਆਂ ਜਾਰੀ ਰੱਖੀਏ, ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ELD ਦੇ ਇਸ਼ੂਜ਼ ਦੇ ਉੱਪਰ, ਲਾਗੂ ਹੋਣ ਤੋਂ ਬਾਅਦ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੈ। I got some information. I'm not sure how correct is. As I heard that the produce this couple of months before, it was picked up only 70%. The produce is in bad shape. Consumer is gonna affect on consumer.
So what you suggest, what we should do, is there any organization which we can work together or something? The Transportation of Products and Perishables Coalition is asking to work with Six-Pack and NAFTA and all of the organizations that care about food prices and product prices to make sure that the Federal Motor Carrier Safety Administration is responsive to these needs. Prices are going up, quality's going down. The Top C Coalition is hoping to bring everyone, and quite frankly, we'd like to see some consumers step up to this plate and help us explain why they can't pay these higher prices. Okay. ਜਿਵੇਂ ਇਹਨਾਂ ਨੇ ਟੌਪਸੀ ਦੀ ਗੱਲ ਕੀਤੀ ਹੈ, ਤੁਸੀਂ ਕੀ ਸਮਝਦੇ ਹੋ ਕਿ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਉਹਨਾਂ ਦੇ ਨਾਲ ਜਿਹਦੇ ਵਿੱਚ ਜਿਹੜੇ ਉਹ ਲੋਕ ਹੈਗੇ ਨੇ ਪ੍ਰੋਡਿਊਸ ਦੇ ਨਾਲ ਜਿਹੜੇ ਡੀਲ ਕਰ ਰਹੇ ਨੇ, ਜਾਂ ਜਿਸ ਤਰ੍ਹਾਂ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਕਈਆਂ ਸਟੇਟਸ ਦੇ ਵਿੱਚ, ਕਈ ਸਿਟੀਜ਼ ਦੇ ਵਿੱਚ ਕਿਤੇ ਬਨਾਨਾਸ ਦੀ ਸ਼ਾਰਟੇਜ ਹੈ, ਕਿਤੇ ਸਟ੍ਰਾਬੇਰੀ ਖਰਾਬ ਹੋ ਰਹੀਆਂ ਨੇ, ਕਿਤੇ ਪਿਆਜ਼ ਟਾਈਮ ਨਾਲ ਨਹੀਂ ਪਹੁੰਚ ਰਹੇ, ਤੇ ਅਜੇ ਬਿਗਨਿੰਗ ਹੈ। ਪਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਬਾਰੇ ਕਿ ਹੁਣ ਕਿਹੜੇ ਉਹ ਪੜਾਅ ਨੇ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਅਸੀਂ ਅੱਗੇ ਚੱਲੀਏ ਤੇ ਇਹਨਾਂ ਚੀਜ਼ਾਂ ਦਾ ਹੱਲ ਵੀ ਹੈ? ਮੈਂ ਸਾਰਿਆਂ ਨੂੰ ਸਮ ਅਪ ਕਰਨਾ ਚਾਹੁੰਦਾ। ਦੇਖੋ, ਜਿਸ ਤਰ੍ਹਾਂ ਕਿ ਹਰ ਸਿਟੀ ਨਾਲ ਮੈਂ ਹਮੇਸ਼ਾ ਹੀ ਆਮ ਲਾਈਨਡ ਅਪ ਕਿ ਉਹ ਨੈਫਟਾ ਦੇ ਨਾਲ ਬੜੀ ਕੋਆਰਡੀਨੇਟ ਕਰ ਰਹੇ ਨੇ, ਸਿਕਸ ਪੈਕ, ਔਰ ਜਿਸ ਤਰ੍ਹਾਂ ਹੁਣ ਲਿੰਡਾ ਚਿਜ਼ਮ ਨੇ ਦੱਸਿਆ ਕਿ ਟੌਪ ਸੀ ਹੈ, ਤਾਂ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਆਰਗੇਨਾਈਜੇਸ਼ਨਾਂ ਇਕੱਠੀਆਂ ਹੋ ਕੇ ਆਰਗੇਨਾਈਜੇਸ਼ਨ ਦੇ ਵਿੱਚ ਕਾਰਵਾਈ ਹੋਏ। ਔਰ ਉਹਦੇ ਨਾਲ ਜਿਹੜਾ ਮੈਨੂੰ ਇੱਕ ਹੋਰ ਦਿਮਾਗ 'ਚ ਮੇਰੀ ਗੱਲ ਆਈ ਹੈ ਕਿ ਜਿਹੜਾ ਹੁਣ ਰੀਸੈਂਟਲੀ ਹੁਣ ਜਿੰਨੇ ਵੀ ਨੇ, ਜਿਸ ਤਰ੍ਹਾਂ ਤੁਹਾਡਾ ਜਿਹੜਾ PTC ਪੰਜਾਬੀ ਨੇ ਹੁਣ ਤੱਕ ਕਮ ਸੇ ਕਮ 2 ਸਾਲ ਹੋ ਗਏ ਨੇ ਇਸ ਗੱਲ ਨੂੰ ਸ਼ੁਰੂ ਕੀਤਿਆਂ, ਔਰ ਉੱਥੇ ਬੜੀ ਭਾਈਨਸ ਕਰ ਰਹੇ ਹੋ। ਅਸੀਂ ਚਾਹੁੰਦੇ ਹਾਂ ਕਿ ਜਿੱਥੇ ਤੁਸੀਂ ਇਹਨਾਂ ਸਹਿਯੋਗ ਦਿੱਤਾ ਉੱਥੇ ਮੇਰੀ ਬਾਕੀ ਜਿਹੜੀਆਂ ਕੰਪਨੀਆਂ, ਖਾਸ ਕਰ ਆਪਣੇ ਪੰਜਾਬੀ ਭਰਾਵਾਂ ਨੇ ਜਿਹੜੀਆਂ ਕੰਪਨੀਆਂ ਜਿਹੜੀਆਂ ELD ਵੇਚ ਰਹੀਆਂ ਨੇ, ਉਹਨੂੰ ਉਹ ਦੇ ਰਹੀਆਂ ਨੇ, ਉਹ ਨਾ ਉਹ ਠੀਕ ਹੈ, ਉਹ ਕਨਫਿਊਜ਼ ਕਰ ਰਹੀਆਂ ਥੋੜ੍ਹੀਆਂ। ਉਹਨਾਂ ਨੂੰ ਕਹਿੰਦੇ ਨਹੀਂ ਜੀ ELD ਲੱਗ ਗਈ ਹੈ ਤੇ ਕੁਛ ਨਹੀਂ ਹੋਣਾ, ਉਹ ਸਭ ਇੱਦਾਂ, ਤੁਸੀਂ ਲਓ ਜੀ ਸਾਡੇ ਕੋਲ ELD ਲਵਾਓ। ਉਹਨਾਂ ਨੂੰ ਇਹ ਅਸੀਂ ਚਾਹੁੰਦੇ ELD ਲਾਓ, ਦੇयर इज नो डाउट, ਕਿਉਂਕਿ ELD ਤਾਂ ਰਹਿਣੀ ਹੈ, ਲੇਕਿਨ ELD ਦੇ ਉੱਤੇ ਜਿਹੜੇ ਚੇਂਜਸ ਹੋਣੇ ਨੇ ਉਹ ਤਾਂ ਹੋਣਗੇ ਜੇ ਅਸੀਂ ਪ੍ਰੈਸ਼ਰ ਬਿਲਡ ਅਪ ਕਰਾਂਗੇ। ELD ਲਵਾਓ, ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਕਿ ELD ਨਾ ਲਵਾਓ, ਅਸੀਂ ਕਹਿ ਰਹੇ ਹਾਂ ਕਿ ਉਹਦੇ ਨਾਲ ਨਾਲ ਅੰਗੇਜ ਰਹੋ, ਪ੍ਰੈਸ਼ਰ ਬਿਲਡ ਅਪ ਰਹੇ, ਤਾਂ ਇਹ ਬੜਾ ਜ਼ਰੂਰੀ ਹੈ। ਔਰ ਦੂਜਾ, ਮੈਂ ਬੜੇ ਤਹਿ ਦਿਲ ਤੋਂ ਮੈਂ ਤੁਹਾਡਾ ਧੰਨਵਾਦ ਸਾਹਿਬ, ਮੈਂ ਤੁਹਾਡਾ ਇਹ ਸ਼ੁਕਰਗੁਜ਼ਾਰ ਹਾਂ ਔਰ ਥੈਂਕ ਯੂ ਕਰਨਾ ਕਿ ਤੁਸੀਂ ਇਸ ਸਬਜੈਕਟ ਨੂੰ ਜਦੋਂ ਵੀ ਅਸੀਂ ਤੁਹਾਨੂੰ ਦੱਸਿਆ ਭਾਈ ਹੁਣ ਆਹ ਅਪਡੇਟਸ ਨੇ ਜਾਂ ਹੁਣ ਆਹ ਆਇਆ, ਜਾਂ ਅਸੀਂ ਸਾਡਾ ਜਿਹੜਾ ਮੈਸੇਜ ਹੈ ਉਹ ਸਾਡੇ ਟਰੱਕ ਵੀਰਾਂ ਤੱਕ ਤਾਂ ਹੀ ਪਹੁੰਚ ਸਕਦਾ ਜੇ ਕੋਈ ਮੀਡੀਅਮ ਹੋਏਗਾ। ਔਰ ਤੁਸੀਂ ਹਮੇਸ਼ਾ ਦੇਖੋ ਇੱਥੇ ਸਪੈਸ਼ਲ ਪਹੁੰਚ ਕੇ ਸਾਨੂੰ ਕਵਰ ਕਰ ਰਹੇ ਹੋ। ਵਾਸ਼ਿੰਗਟਨ DC ਕੋਈ ਪਿਛਲੇ ਉਦੋਂ ਟਾਈਮ ਦੇ ਕੋਈ 25-30 ਗੇੜੇ ਸਾਡੇ ਉੱਥੇ ਲੱਗ ਗਏ ਨੇ, ਉੱਥੇ ਤੁਸੀਂ ਹਮੇਸ਼ਾ ਕਵਰ ਕੀਤਾ। ਫਿਰ ਤੁਸੀਂ ਸਾਡੇ ਨਾਲ ਜਿੰਨੇ ਵੀ ਲਾਅ ਮੇਕਰਸ ਨੇ ਉਹਨਾਂ ਕੋਲ ਗਏ ਆ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਹੁਣ ਜਿਹੜਾ ਦੂਸਰੀ ਮੈਂ ਗੱਲ ਕਰਨਾ ਚਾਹੁੰਦਾ ਵਾ ਆਪਣੇ ਟਰੱਕ ਵੀਰਾਂ ਨਾਲ ਕਿ ਇਹ 3 ਤਰ੍ਹਾਂ ਦੇ ਫਰੰਟ ਨੇ। ਨੰਬਰ 1 ਤਾਂ ਠੀਕ ਹੈ ਤੁਸੀਂ ELD ਲਵਾਓ। ਨੰਬਰ 2 ਜਿਹੜੇ ਲਾਅ ਮੇਕਰਸ ਨੇ ਅਸੀਂ ਉਹਨਾਂ ਨੂੰ ਅਪਰੋਚ ਕਰ ਰਹੇ ਹਾਂ ਤਾਂ ਕਿ ਜਿਹੜਾ ਨਵਾਂ ਬਿੱਲ ਨੇ ਜਿਸ 'ਚ ਸਾਨੂੰ ਜਿਹੜੇ 10 ਜਾਂ 10 ਤੋਂ ਘੱਟ ਜਾਂ 20 ਜਾਂ 50 ਤੋਂ ਘੱਟ ਜਿਹੜੇ ਨੇ, ਜਾਂ ਜਿਹੜੇ 50 ਤੋਂ ਘੱਟ ਜਿਹੜੇ EMPLOYE ਨੇ ਉਹ ਐਗਜ਼ੈਂਪਟ ਹੋਣ, ਉਹ ਬਿੱਲ ਆ ਜੇ ਤਾਂ ਕਿ ਉਹ ਲਾਗੂ ਉਹ ਇਹਦੇ ਤੋਂ ਬਾਹਰ ਹੀ ਹੋ ਜਾਣ। ਤੀਸਰਾ ਜਿਹੜਾ ਹੈ ਕਿ ਜਿਹੜੀ ਸਾਡੀ ਇਹਨਾਂ ਦੇ ਜਿਹੜੀਆਂ ਐਪਲੀਕੇਸ਼ਨਸ ਨੇ, ਜਿਸ ਤਰ੍ਹਾਂ ਹੁਣ ਅਸੀਂ ਬਈ ਉਹਦੀਆਂ ਜਿਉਂ ਸਾਨੂੰ ਦਿੱਕਤਾਂ ਆਉਂਦੀਆਂ ਨੇ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਦੱਸੀਏ ਤਾਂ ਕਿ ਉਹਨਾਂ ਦਿੱਕਤਾਂ ਦੇ ਉੱਤੇ ਉਹ ਗਾਈਡਲਾਈਨਸ ਟਾਈਮ ਟੂ ਟਾਈਮ ਸਾਡੇ ਫੇਵਰ ਦੇ ਵਿੱਚ ਕਰੀ ਜਾਣ, ਔਰ ਅਸੀਂ ਡਾਟਾ ਔਰ ਜਿਹੜਾ ਫੈਕਟਸ ਨੇ ਉਹ ਇਮੀਡੀਏਟਲੀ ਪਹੁੰਚਾਈਏ, ਉਹਦਾ ਇੱਕ ਮੈਕੈਨਿਜ਼ਮ ਬਣਾਈਏ। ਤੁਸੀਂ PTC ਦੀ ਗੱਲ ਕੀਤੀ ਆ, ਨੋ ਡਾਊਟ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਜਿੰਨਾ ਵੀ ਮੈਕਸਿਮਮ ਹੋ ਸਕਦਾ, ਕਿਉਂਕਿ ਇਹ ਸਾਡੀ ਕਮਿਊਨਿਟੀ ਦਾ ਬੜਾ ਵੱਡਾ ਇਸ਼ੂ ਆ, ਸਾਡੇ ਟਰੱਕਰ ਭਰਾਵਾਂ ਦਾ ਬੜਾ ਵੱਡਾ ਇਸ਼ੂ ਆ, ਔਰ ਦੂਰ ਦੁਰਾਡੇ ਜਾਂਦੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। PTC ਦਾ ਇਹ ਉਪਰਾਲਾ ਹੈ ਕਿ ਜਿਹੜੇ ਇਸ਼ੂਜ਼ ਨੂੰ ਅਸੀਂ ਟੱਚ ਕੋਈ ਹੋਰ ਨਹੀਂ ਕਰ ਪਾ ਰਿਹਾ ਡਿਊ ਟੂ ਐਨੀ ਰੀਜ਼ਨ, ਉਹਨਾਂ ਨੂੰ ਅਸੀਂ ਲੈ ਕੇ ਆਈਏ। ਪਰ ਮੈਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਤੁਸੀਂ ਕਈ ਵਾਰੀ ਕੈਪੀਟਲ ਤੇ ਵੀ ਗਏ ਹੋ, ਹੋਰਨਾਂ ਥਾਵਾਂ ਤੇ ਜਾ ਕੇ ਤੁਸੀਂ ਕੋਸ਼ਿਸ਼ ਕੀਤੀ ਆ, ਪਰ ਉਦੋਂ ਸਾਨੂੰ ਇਹਦੇ ਬਾਰੇ ਅਪਡੇਟਸ ਨਹੀਂ ਦਿੱਤੀਆਂ। ਕੀ ਕੋਈ ਨਤੀਜੇ ਚੰਗੇ ਨਹੀਂ ਨਿਕਲਦੇ ਜਦੋਂ ਅੱਖ ਬਚਾ ਕੇ ਨਿਕਲ ਆਉਂਦੇ ਹੋ, ਜਾਂ ਕੋਈ ਹੋਰ ਕਾਰਨ ਹੁੰਦੇ ਨੇ? ਨਹੀਂ, ਐਸੀ ਕੋਈ ਗੱਲ ਨਹੀਂ, ਕਿਉਂਕਿ ਦੇਖੋ ਅਸੀਂ ਚਾਹੁੰਦੇ ਹਾਂ ਕੋਈ ਜੇ ਅਸੀਂ ਕੋਈ ਪ੍ਰੋਡਕਟਿਵ ਕੰਮ ਕੀਤਾ ਜਾਂ ਸਾਨੂੰ ਕੋਈ ਪ੍ਰੋਡਕਟਿਵ ਉੱਤੇ ਅੱਗੇ ਕੋਈ ਪਹੁੰਚਿਆ ਕਿਸੇ ਪੁਆਇੰਟ ਦੇ ਉੱਤੇ ਤਾਂ ਸ਼ੇਅਰ ਕਰਨ ਦੀ ਹੈ ਕਿ ਕਈ ਵਾਰੀ ਜਾਇਦਾ
ਮਿਲੀ ਦਾ ਗਿਲੀ ਦਾ, ਲੇਕਿਨ ਕੋਈ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਦਾ। ਤੇ ਅਸੀਂ ਤਾਂ ਹੀ ਤੁਹਾਨੂੰ ਅਪਰੋਚ ਕਰਨਾ ਨੇ ਜਦੋਂ ਸਾਡੇ ਕੋਲ ਕੋਈ ਇਨਫੋਰਮੇਸ਼ਨ ਟੂ ਸ਼ੇਅਰ ਹੈ, ਵੀ ਹਾਂ ਆਓ ਬਈ ਇਕੱਠੇ ਹੋਵੋ, ਜਾਂ ਜਦੋਂ ਭਾਈ ਆਹ ਕੰਮ ਹੋ ਗਿਆ ਆਪਣੀ ਭਰਾਵਾਂ ਤੱਕ ਪਹੁੰਚਾਉਣਾ। ਇਸ ਕਰਕੇ ਬਾਕੀ ਅਸੀਂ ਤਾਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਹਮੇਸ਼ਾ ਤੁਸੀਂ ਇਹਨੂੰ ਕਵਰ ਕੀਤਾ। ਉਦੋਂ ਮੈਨੂੰ ਯਾਦ ਹੈ ਕਿ ਤੁਸੀਂ ਇੱਕੋ ਦਿਨ 'ਚ 5 ਥਾਵਾਂ ਤੇ ਭੱਜ ਨੱਸ ਕਰਕੇ ਉਸ ਦਿਨ ਜਿਸ ਦਿਨ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ ਸੀਗਾ ਵਾਸ਼ਿੰਗਟਨ ਡੀਸੀ, ਐਂਡ ਆਈ ਰੀਲੀ ਐਪਰੀਸ਼ੀਏਟ ਦੈਟ। ਨੋ ਡਾਊਟ ਸਾਡੀ ਜੌਬ ਵੀ ਆ ਐਂਡ ਪੀਟੀਸੀ ਦਾ ਇਹ ਉਪਰਾਲਾ ਵੀ ਆ ਔਰ ਉਹਨਾਂ ਦੀ ਪਾਲਿਸੀ ਵੀ ਆ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਲੈ ਕੇ ਆਈਏ, ਚਾਹੇ ਉਹ ਵਾਈਟ ਹਾਊਸ ਦੇ ਵਿੱਚ ਮੁੱਦੇ ਹੋਣ, ਚਾਹੇ ਉਹ ਕੈਪੀਟਲ ਤੇ ਹੋਣ, ਚਾਹੇ ਸਾਡੀ ਕਮਿਊਨਿਟੀ ਦੇ ਹੋਣ, ਚਾਹੇ ਉਹ ਗਦਰੀ ਬਾਬਿਆਂ ਦੇ ਹੋਣ। ਇਹਨਾਂ ਸਾਰੇ ਇਸ਼ੂਜ਼ ਨੂੰ ਅਸੀਂ ਤੁਹਾਡੇ ਸਹਿਯੋਗ ਨਾਲ ਕੋਸ਼ਿਸ਼ ਕਰ ਰਹੇ ਹਾਂ ਔਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਇਸ ਸਾਰੇ ਕੁਛ ਨੂੰ ਜਿੱਥੇ ਸਿੱਖ ਭਾਈਚਾਰਾ, ਪੰਜਾਬੀ ਭਾਈਚਾਰਾ ਰੋਲ ਨਿਭਾ ਰਿਹਾ ਹੈ, ਉੱਥੇ ਲਿੰਡਾ ਚੇਜ਼ਮ ਜਿਹੜੇ ਫਾਰਮਰ ਜੱਜ ਨੇ ਔਰ ਜਿਹੜੇ ਬਿਨਾਂ ਕਿਸੇ ਇੰਟਰਸਟ ਤੋਂ, ਬਿਨਾਂ ਕਿਸੇ ਬਹੁਤ ਵੱਡੇ ਪਰਕਸ ਤੋਂ ਇਹਨਾਂ ਸਾਰੀਆਂ ਚੀਜ਼ਾਂ ਦੀ ਅਪਡੇਟਸ ਰੱਖਦੇ ਪਏ ਨੇ। ਮੈਂ ਸਮਝਦਾ ਹੈ ਕਿ ਸਾਨੂੰ ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਕਿ ਸ਼ੀ ਇਜ਼ ਟਰਾਈਂਗ ਹਰ ਬੈਸਟ to get the information and brief and update to our viewers. Linda, again, I'm going to ask you what is in your mind and what you want to suggest. There are lots of questions which are in my mind, but due to again time I'm going to just maybe ask you last question and you can just explain what and where we should come together and how we can achieve this success. Thank you. Anyone who likes to eat, anyone who buys products, anyone who drives a big truck should be joining the Transportation of Products and Perishables Coalition to support the drivers in making the rules that they work under workable. Okay. Thank you so much. ਖਾਲਸਾ ਜੀ, ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਜਿਨ੍ਹਾਂ ਗੱਲਾਂ ਦੇ ਵਿੱਚੋਂ ਇੱਕ ਚੀਜ਼ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸਾਨੂੰ ਇਕੱਠਿਆਂ ਹੋ ਕੇ ਕੁਛ ਨਾ ਕੁਛ ਕਰਨਾ ਪੈਣਾ ਹੈ। ਇਕੱਠੇ ਹੋਣ ਵਾਸਤੇ ਸਾਡਾ ਪੰਜਾਬੀ ਸੁਭਾਅ ਕਿਸੇ ਦੀ ਲੀਡਰਸ਼ਿਪ ਮੰਨਣ ਨੂੰ ਵੀ ਛੇਤੀ ਕੀਤਿਆਂ ਤਿਆਰ ਨਹੀਂ ਤੇ ਕਿਸੇ ਦੀ ਆਈਡੀਓਲੋਜੀ ਦੇ ਨਾਲ ਵੀ ਸ਼ਾਇਦ ਛੇਤੀ ਕੀਤਿਆਂ ਸਹਿਮਤ ਨਹੀਂ। ਸ਼ਾਇਦ ਇਹੀ ਕਾਰਨ ਆ ਕਿ ਅਸੀਂ ਅਜੇ ਇੱਥੋਂ ਦੀ ਮੁੱਖ ਧਰਾਈ ਸਿਆਸਤ ਦੇ ਵਿੱਚ ਵੀ ਪਛੜੇ ਹੋਏ ਹਾਂ, ਬਾਵਜੂਦ ਤੁਹਾਡੀਆਂ ਲੱਖ ਕੋਸ਼ਿਸ਼ਾਂ ਦੇ। ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਇਸ਼ੂ ਇਸ ਕਰਕੇ ਹੋਰ ਇੰਪੋਰਟੈਂਟ ਹੋ ਜਾਂਦਾ ਹੈ, ਜਿਹਦੇ ਕਰਕੇ ਪੀਟੀਸੀ ਨੇ ਵੀ ਮੈਕਸਿਮਮ ਕੋਸ਼ਿਸ਼ ਕੀਤੀ ਕਿ ਕੈਪੀਟਲ ਤੇ ਜਿੱਥੇ ਉਹਨਾਂ ਦੇ ਟਰੱਕਾਂ ਦੇ ਪ੍ਰੋਟੈਸਟ ਜਿੱਥੋਂ ਉਹਨਾਂ ਨੇ ਸ਼ੁਰੂ ਕੀਤਾ ਸੀ, ਅਸੀਂ ਇੱਕ ਜਗ੍ਹਾ ਤੋਂ ਦੂਜੇ ਪੜਾਅ ਤੇ ਜਾ ਕੇ ਉਹਨਾਂ ਨੂੰ ਕਵਰ ਕਰਦੇ ਸੀ। ਕਿਉਂਕਿ ਇਹ ਟਰੱਕ ਇੰਡਸਟਰੀ ਦੇ ਉੱਤੇ ਇਸ ਵੇਲੇ ਪੰਜਾਬੀਆਂ ਦਾ ਕਬਜ਼ਾ ਹੈ। ਇਹ ਸਾਨੂੰ ਮੰਨਣਾ ਚਾਹੀਦਾ ਹੈ ਔਰ ਸਾਨੂੰ ਇਹਦੇ ਲਈ ਯਤਨ ਕਰਨੇ ਚਾਹੀਦੇ ਨੇ ਕਿ ਇਹਦੇ ਵਿੱਚ ਅਸੀਂ ਆਪਣੇ ਪੰਜਾਬੀ ਸੁਭਾਅ ਦੇ ਨਾਲੋਂ ਆਪਣੀ ਹੁਣ ਅਮਰੀਕਨ ਦਿੱਖ ਨੂੰ ਉਭਾਰੀਏ ਤੇ ਉਹਨੂੰ ਅਸੀਂ ਸਾਹਮਣੇ ਲੈ ਕੇ ਆਈਏ ਕਿ ਅਸੀਂ ਕਿਸ ਤਰੀਕੇ ਨਾਲ ਇਸ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ। ਮੈਂ ਇਹਦੀ ਡਿਸਕ੍ਰਿਪਸ਼ਨ ਥੋੜੀ ਜਿਹੀ ਇਸ ਕਰਕੇ ਜ਼ਿਆਦਾ ਦੇ ਰਿਹਾ ਕਿ ਵਾਕਈ ਅਸੀਂ ਇਸ ਸਮੱਸਿਆ ਦੇ ਨਾਲ ਹਰ ਪੱਖ ਤੋਂ ਜੁੜੇ ਹੋਏ ਹਾਂ, ਇੱਕ ਟੀਵੀ ਰਿਪੋਰਟਰ ਦੇ ਤੌਰ ਤੇ ਵੀ ਤੇ ਇੱਕ ਭਾਈਚਾਰਕ ਜੀ ਹੋਣ ਦੇ ਨਾਤੇ ਵੀ ਅਸੀਂ ਇਹਦੇ ਬਾਰੇ ਕੋਸ਼ਿਸ਼ਾਂ ਕਰ ਰਹੇ ਹਾਂ। ਸੋ ਤੁਹਾਡਾ ਜਿਹੜਾ ਹੋਰ ਮੈਸੇਜ ਆ ਉਹ ਐਂਡ ਦੇ ਵਿੱਚ ਤੁਸੀਂ ਕੀ ਦੱਸਣਾ ਚਾਹੁੰਦੇ ਹੋ? ਐਂਡ ਦੇ ਵਿੱਚ ਇਹੀ ਮੈਸੇਜ ਹੈ, ਦੇਖੋ ਜਿਹੜੀ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਆਪਣੇ ਸਿੱਖ ਭਰਾ ਨੇ, ਜਿੱਥੇ ਵੀ ਉਹਨਾਂ ਨੂੰ ਕਿਤੇ ਦਿੱਕਤ ਆਈ ਉੱਥੇ ਉਹਨੂੰ ਚੈਲੰਜ ਮੰਨ ਕੇ ਉਹਨਾਂ ਦੇ ਵਿੱਚ ਗਏ। ਜੇ ਬ੍ਰੋਕਰਸ ਨੇ ਉਹਨਾਂ ਨੂੰ ਤੰਗ ਕੀਤਾ, ਬ੍ਰੋਕਰ ਬਣ ਗਏ। ਜੇ ਸ਼ਿਪਰਸ ਨੇ ਉਹਨਾਂ ਨੂੰ ਤੰਗ ਕੀਤਾ, ਉਹ ਸ਼ਿਪਰ ਬਣ ਗਏ। ਜੇ ਟਰੱਕ ਸਟਾਪਾਂ ਨੇ ਉਹਨਾਂ ਨੂੰ ਇੱਜ਼ਤ ਨਹੀਂ ਦਿੱਤੀ, ਉਹਨਾਂ ਨੇ ਆਪਣੇ ਟਰੱਕ ਸਟਾਪ ਖੋਲਤੇ। ਜੇ ਉਹਨਾਂ ਨੂੰ ਖਾਣਾ ਨਹੀਂ ਪਸੰਦ ਆਇਆ, ਉਹਨਾਂ ਆਪਣੇ ਰੈਸਟੋਰੈਂਟ ਖੋਲਤੇ। ਮੈਂ ਕਹਿਣਾ ਵੀ ਹੁਣ ਜੇ ELD ਨੇ, ELDਆਂ ਆਪਣੇ ਵੀਰ ਲਾ ਰਹੇ ਨੇ। ਹੁਣ ਇਹ ਮੇਰਾ ਕਹਿਣ ਦਾ ਮਤਲਬ ਹੈ ਕਿ I'm very hopeful, good days are ahead। ਅਸੀਂ ਬੜੇ ਰੈਜ਼ੀਲੀਐਂਟ ਬੰਦੇ ਆ, ਇਹ ਸਾਰੀ ਕੰਮ ਠੀਕ ਹੋ ਜਾਣਾ ਹੈ ਔਰ ਸਪੋਰਟ ਬਹੁਤ ਮਿਲ ਰਹੀ ਹੈ, ਸਾਰਿਆਂ ਦੀ ਅੱਛੀ ਮਿਲ ਰਹੀ ਹੈ। ਲੇਕਿਨ ਆਪਾਂ ਥੋੜਾ ਜਿਹਾ ਇਹਨੂੰ ਮੋਬਿਲਾਈਜ਼ ਹੋਈਏ। ਪੋਜ਼ਿਟਿਵ, ਮੈਂ ਵੈਰੀ ਪੋਜ਼ਿਟਿਵ, ਮੈਨੂੰ ਕੋਈ ਉਹਨਾਂ ਤੇ ਉਹ ਗੁੱਸਾ ਨਹੀਂ ਹੈਗਾ ਜਾਂ ਕੋਈ ਉਹਨਾਂ ਤੇ ਗਿਲਾ ਨਹੀਂ ਹੈਗਾ।
ਟਰੱਕਰ ਵੀਰਾਂ ਨੇ ਬਹੁਤ ਸਪੋਰਟ ਕੀਤੀ ਹੈ ਲੇਕਿਨ ਉਹਨਾਂ ਨੂੰ ਸਿਰਫ ਇਹ ਨਹੀਂ ਪਤਾ ਲੱਗ ਰਿਹਾ ਕਰਨਾ ਕੀ ਹੈ। ਬਾਕੀ ਮੈਨੂੰ ਇਹ ਬਹੁਤ ਖੁਸ਼ੀ ਹੈ ਕਿ ਤੁਸੀਂ ਬੜੇ ਪੈਸ਼ਨੇਟਲੀ ਇਸ ਨੂੰ ਲੈ ਰਹੇ ਹੋ ਔਰ ਮੈਂ ਤਾਂ ਹਮੇਸ਼ਾ ਹੀ ਵਾਹਿਗੁਰੂ ਅੱਗੇ ਅਰਦਾਸ ਕਰਨਾ ਵੀ ਜਿਹੜੇ ਵੀ ਕੰਮ ਨੂੰ ਕਰੋ ਉਹਨੂੰ ਦਿਲੋਂ ਕਰੋ, ਉਹਨੂੰ ਪੂਰੇ ਜਨੂਨ ਦੇ ਨਾਲ ਕਰੋ ਔਰ ਆਈ ਹੋਪ ਗੁੱਡ ਡੇਜ਼ ਆਰ ਹੈਡ। ਹੁਣ ਇਹ ਜਿਹੜੀਆਂ ELDਆਂ ਜਿਹੜੀਆਂ ਵੱਡੀਆਂ ਕੰਪਨੀਆਂ ਲਵਾਈਆਂ ਨੇ ELDਆਂ, ਮੈਂ ਕਹਿੰਦਾ ਵੀ ਇੱਕ ਦਿਨ ਐਸਾ ਆਉਣਾ ਕਿ ਸਾਰੀਆਂ ਪੰਜਾਬੀ ਕੰਪਨੀਆਂ ਸਾਰੀਆਂ ਵੱਡੀਆਂ ਹੋ ਜਾਣੀਆਂ ਨੇ, ਇਹਨਾਂ ਕਹਿੰਦਾ ਆਓ ਜੀ ਜਿਹੜੀਆਂ ਰਹਿ ਗਏ ਨੇ ਉਹਨਾਂ ਨੂੰ ਵੀ ਲਾਓ ਫਿਰ। So Linda, what is your concluding remarks? We have just one more minute. Let's join together in the Top C Coalition and make Gurinder's prediction of there are good days ahead come true. Very good. Thank you so much, Linda, for your time. Always you are top of the information and helping our community and helping us. Thank you so much. Gurinder ji, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ELD ਦੇ ਮੁੱਦੇ ਤੇ ਅਪਡੇਟਸ, ਉਸ ਮਸਲੇ ਨਾਲ ਜੁੜੇ ਹੋਏ ਉਹ ਇਸ਼ੂ ਉਭਾਰਨ ਦੀ ਕੋਸ਼ਿਸ਼ ਕੀਤੀ ਆ। ਤੁਹਾਡੇ ਬਹੁਤ ਸਾਰੇ ਸਵਾਲ ਹੋਣਗੇ, ਤੁਸੀਂ PTC ਦੀ ਜਦੋਂ ਪ੍ਰੋਗਰਾਮ ਦੇਖ ਰਹੇ ਹੋ ਉਹਦੇ ਤੇ ਤੁਸੀਂ info@ptc.tv ਤੇ ਉੱਤੇ ਸਾਨੂੰ ਇਨਫੋਰਮੇਸ਼ਨ ਵੀ ਭੇਜ ਸਕਦੇ ਹੋ ਜਾਂ ਤੁਸੀਂ ਸਾਡੇ ਨਾਲ ਸਿੱਧੇ ਤੌਰ ਤੇ ਵੀ ਸੰਪਰਕ ਕਰ ਸਕਦੇ ਹੋ ਤਾਂ ਕਿ ELD ਦੇ ਮੁੱਦੇ ਦੇ ਉੱਤੇ ਅਸੀਂ ਇੱਕ ਨਵੇਂ ਦਿਸ਼ਾ ਤੇ ਨਵੇਂ ਕਦਮ ਪੁੱਟ ਸਕੀਏ ਤਾਂ ਕਿ ਇਸ ਸਮੱਸਿਆ ਦਾ ਹੱਲ, ਭਾਵੇਂ ਇਹਨੂੰ ਖਤਮ ਕਰਨ ਦੀ ਗੱਲ ਅਸੀਂ ਨਾ ਕੀਤੀ ਸੀ ਨਾ ਕਰਦੇ ਹਾਂ, ਪਰ ਇਹਦੇ ਵਿੱਚ ਜਿਹੜੀਆਂ ਅਮੈਂਡਮੈਂਟਸ ਨੇ ਉਹਨਾਂ ਦੀਆਂ ਸੰਭਾਵਨਾਵਾਂ ਅਜੇ ਵੀ ਨਜ਼ਰ ਆ ਰਹੀਆਂ ਨੇ। ਫਿਲਹਾਲ ਇੱਥੇ ਹੀ ਅਸੀਂ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿੰਦੇ ਹਾਂ। ਨਵੇਂ ਮੁੱਦੇ ਦੇ ਨਾਲ ਫਿਰ ਤੁਹਾਡੇ ਹਾਜ਼ਰ ਹੋਵਾਂਗੇ। ਤੁਹਾਡਾ PTC ਦੇਖਣ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। Thank you.